ਜਿਹੜੇ ਆਪਾਂ ਇੰਡੀਅਨਸ ਆ ਇੱਕ ਆਪਾਂ ਇਮੋਸ਼ਨਲੀ ਬੜੇ ਕਨੈਕਟਡ ਹੁੰਦੇ ਆ ਸੋ ਮੈਕਸਿਮਮ ਜਿਹੜੇ ਫਰਾਡ ਦੇਖਣ ਨੂੰ ਮਿਲਦੇ ਆ ਉਹ ਦਿਖਦੇ ਆ ਆਪਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ। ਉਹਦੇ ਵਿੱਚ ਕੀ ਹੁੰਦਾ ਕਿ ਸਾਨੂੰ ਬੜਾ ਹੀ ਭਾਵੁਕ ਕੀਤਾ ਜਾਂਦਾ ਹੈ। ਇਹਨੂੰ ਕਿਹਾ ਜਾਂਦਾ ਇੱਕ ਸੋਸ਼ਲ ਇੰਜੀਨੀਅਰਿੰਗ ਅਟੈਕ ਕਿ ਤੁਹਾਨੂੰ ਲੋਕਾਂ ਨੂੰ ਜਾਂ ਸਾਨੂੰ ਲਾਈਕ ਫਰਾਡਸਟਰ ਕੀ ਕਰਦਾ ਸਾਡੇ ਦਿਮਾਗ ਨਾਲ ਖੇਡਦਾ, ਸਾਡਾ ਮਾਈਂਡ ਵਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਜਿਹੜੀਆਂ ਡਿਜੀਟਲ ਟ੍ਰਾਂਜੈਕਸ਼ਨਸ ਹੈ ਨਾ ਇਹਦੇ ਵਿੱਚ ਜੇ ਤੁਹਾਡੀ 2 ਵਾਰੀ ਪੇਮੈਂਟ ਕੱਟੀ ਗਈ ਤੁਹਾਡੇ ਅਕਾਊਂਟ ਟ੍ਰਾਂਜੈਕਸ਼ਨ ਵਿੱਚੋਂ 2 ਵਾਰੀ ਰਿਫਲੈਕਟ ਕਰੇਗਾ ਐਂਡ ਤੁਹਾਨੂੰ ਸ਼ੋ ਹੋਏਗਾ, ਤੁਹਾਡੇ ਬੈਂਕਿੰਗ ਸਟੇਟਮੈਂਟ ਵਿੱਚ ਵੀ ਸ਼ੋ ਹੋਏਗਾ, ਤੁਹਾਡੇ UPI ID ਵਾਲਟ ਵਿੱਚ ਵੀ ਸ਼ੋ ਹੋਏਗਾ ਕਿ ਉਹ ਪੇਮੈਂਟ 2 ਵਾਰੀ ਹੋਈ ਹੈ। ਕਸਟਮਰ ਇੱਕ ਫੇਕ ਸਕਰੀਨ ਦਿਖਾ ਕੇ ਕਹਿੰਦਾ ਕਿ ਸਰ ਚੈੱਕ ਕਰਿਓ ਪੇਮੈਂਟ ਹੋ ਗਈ। ਮੈਂ ਲਾਈਵ ਡੈਮੋ ਤੁਹਾਨੂੰ ਦਿਖਾਉਂਗਾ ਕਿ ਕਿੱਦਾਂ ਦੀ ਉਹ ਫੇਕ ਸਕਰੀਨ ਦਿਖਦੀ ਹੈ ਐਂਡ ਕਿੱਦਾਂ ਉਹਦੇ ਵਿੱਚ ਜਾਣਨਾ ਹੈ। ਸੋ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਰ ਦੇਖਿਓ ਐਂਡ ਸ਼ਾਪਕੀਪਰ ਕੀ ਕਰਦਾ ਹੈ ਉਹ ਸਕਰੀਨ ਦੇਖ ਕੇ, ਸਕਰੀਨ ਤੇ ਟਿਕ ਮਾਰਕ ਆਇਆ ਹੁੰਦਾ ਹੈ, ਉਹ ਸਕਰੀਨ ਦੇਖ ਕੇ ਕਹਿ ਦਿੰਦਾ ਹੈ ਕਿ ਹਾਂਜੀ ਆ ਗਈ ਜੀ ਪੇਮੈਂਟ। ਪ੍ਰੋਬਲਮ ਆ ਰਹੀ ਹੈ ਇਹਦੇ ਵਿੱਚ ਅਵੇਅਰਨੈਸ ਦੀ। ਲੋਕਾਂ ਨੂੰ ਇਹ ਮੁਸ਼ਕਿਲ ਇਹ ਆ ਰਹੀ ਹੈ ਕਿ ਪੈਸੇ ਬਿਨਾ ਪੇ ਕੀਤੇ ਵੀ ਲੋਕਾਂ ਨੂੰ ਸਕਰੀਨ ਦਿਖਾ ਕੇ ਕਿਹਾ ਜਾ ਰਿਹਾ ਹੈ ਕਿ ਅਸੀਂ ਆਲਰੇਡੀ ਅਮਾਉਂਟ ਪੇ ਕਰ ਦਿੱਤੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ। ਮੈਂ ਰਮਨਦੀਪ ਕੌਰ। ਅੱਜ ਕੱਲ ਲੋਕ ਕੈਸ਼ ਪੇਮੈਂਟ ਘੱਟ ਕਰਦੇ ਨੇ ਤੇ ਡਿਜੀਟਲ ਪੇਮੈਂਟ ਦੇ ਉੱਪਰ ਜ਼ਿਆਦਾ ਵਿਸ਼ਵਾਸ ਕਰਦੇ ਨੇ। ਡਿਜੀਟਲ ਪੇਮੈਂਟ ਯਾਨੀ ਕਿ Paytm ਦੇ ਰਾਹੀਂ ਪੇ ਕਰਨਾ ਜਾਂ Google Pay ਨੂੰ ਯੂਜ਼ ਕਰਨਾ। ਪਰ ਤੁਹਾਨੂੰ ਪਤਾ ਹੈ ਕਿ ਇਹਨਾਂ ਐਪਸ ਦੇ ਰਾਹੀਂ ਵੀ ਫਰਾਡਸ ਹੁੰਦੇ ਨੇ। ਇਹ ਫਰਾਡ ਕਿੱਦਾਂ ਹੁੰਦੇ ਨੇ ਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਅਸੀਂ ਅੱਜ ਜਾਣਦੇ ਹਾਂ ਪਲਵਿੰਦਰ ਸਿੰਘ ਜੀ ਤੋਂ, ਜੋ ਕਿ ਇੱਕ ਸਾਈਬਰ ਐਕਸਪਰਟ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਦੇ ਉੱਪਰ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਲਵਿੰਦਰ ਜੀ। ਥੈਂਕ ਯੂ ਜੀ, ਥੈਂਕ ਯੂ। ਸਰ, ਜਿਵੇਂ ਅੱਜ ਕੱਲ ਸਾਰੇ ਡਿਜੀਟਲ ਹੋ ਗਏ ਨੇ, ਸਾਰੇ ਡਿਜੀਟਲ ਪਲੇਟਫਾਰਮ ਦੇ ਨਾਲ ਜੁੜੇ ਨੇ ਤੇ ਇੱਕ ਈਜ਼ੀ ਵੇ ਹੋ ਗਿਆ ਹੈ ਆਨਲਾਈਨ ਪੇਮੈਂਟ ਦਾ ਜੀ, ਔਰ ਇੱਕ ਕਿਸੇ ਨਾ ਕਿਸੇ ਪਾਸੇ ਸਿਕਿਉਰ ਵੀ ਹੈਗੀ ਆ ਔਰ ਦੂਸਰੇ ਪਾਸੇ ਇਨਸਿਕਿਉਰ ਵੀ ਹੈਗੀ ਆ। ਕੀ ਕਹਿਣਾ ਤੁਹਾਡਾ ਇਸ ਬਾਰੇ? ਸੋ ਦੇਖੋ ਜੀ, ਬਹੁਤ ਹੀ ਚੰਗੀ ਗੱਲ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਅਸੀਂ ਡਿਜੀਟਲੀ ਸ਼ਿਫਟ ਹੋ ਰਹੇ ਹਾਂ। ਪਹਿਲਾਂ ਟਾਈਮ ਸਟਾਰਟ ਹੋਇਆ ਸੀਗਾ ਕਿ ਅਸੀਂ ਬੈਂਕ ਜਾ ਕੇ ਚੈੱਕ ਸਾਈਨ ਕਰਕੇ ਐਂਡ ਉੱਥੇ ਜਾ ਕੇ ਕੈਸ਼ ਵਿਡਰਾਲ ਕਰਵਾਉਂਦੇ ਸੀਗੇ ਐਂਡ ਜਿੱਦਾਂ ਟਾਈਮ ਦੇ ਨਾਲ ਅਸੀਂ ਅੱਗੇ ਵਧੇ ਇਹਦੇ ਵਿੱਚ ਪਤਾ ਚੱਲਿਆ ਉਹਦੇ ਐਡਵਾਂਟੇਜਸ ਕੀ ਹੈ, ਡਿਸਐਡਵਾਂਟੇਜਸ। ਪਹਿਲੀ ਚੀਜ਼ ਤਾਂ ਬਹੁਤ ਚੰਗੀ ਸੀਗੀ ਕਿ ਸਾਈਨ ਕਰ ਰਹੇ ਸੀਗੇ ਉਹੀ ਪਰਸਨ, ਉਹ ਜਾ ਕੇ ਬੈਂਕ ਜਾ ਕੇ ਪੈਸੇ ਕਢਵਾ ਰਹੇ। ਫਿਰ ਉਹਦੇ ਡਿਸਐਡਵਾਂਟੇਜ ਪਤਾ ਲੱਗਣੇ ਸਟਾਰਟ ਹੋਏ ਕਿ ਸਾਨੂੰ ਕਾਫੀ ਦੇਰ ਲਾਈਨ 'ਚ ਖੜੇ ਹੋਣਾ ਪੈ ਰਿਹਾ ਸੀਗਾ। ਹੋਰ ਪ੍ਰੋਬਲਮ ਦਿਖੀ ਸੀਗੀ ਕਿ ਆਪਾਂ ਡੇ ਟਾਈਮ ਪੈਸੇ ਕਢਵਾ ਸਕਦੇ ਹਾਂ, ਜੇ ਰਾਤੀ ਸਾਨੂੰ 12 ਵਜੇ ਜ਼ਰੂਰਤ ਪੈ ਗਈ ਤਾਂ ਉਸ ਟਾਈਮ ਅਸੀਂ ਬੈਂਕ ਜਾ ਕੇ ਪੈਸੇ ਨਹੀਂ ਕਢਵਾ ਸਕਦੇ। ਮਤਲਬ ਇੱਦਾਂ ਕੁਛ ਉਹਦੇ ਪ੍ਰੋਜ਼ ਐਂਡ ਕੌਨਸ, ਮਤਲਬ ਉਹਦੇ ਫਾਇਦੇ ਤੇ ਨੁਕਸਾਨ ਸਾਨੂੰ ਦੇਖਣ ਨੂੰ ਮਿਲੇ। ਉਸ ਤੋਂ ਬਾਅਦ ਅਸੀਂ ਸ਼ਿਫਟ ਹੋਏ ਕਿ ATM ਕਾਰਡਸ ਦੇ ਉੱਤੇ, ਕਿ ATM ਕਾਰਡਸ ਅਸੀਂ ਯੂਜ਼ ਕਰਾਂਗੇ, ਫਿਰ ਕਿਸੇ ਵੀ ਟਾਈਮ ਅਸੀਂ ਜਾ ਕੇ ਪੈਸੇ ਕਢਵਾ ਸਕਦੇ ਹਾਂ। ਹੁਣ ਉਸ ਤੋਂ ਵੀ ਆਪਾਂ ਨੈਕਸਟ ਲੈਵਲ ਤੇ ਸ਼ਿਫਟ ਹੋ ਚੁੱਕੇ ਹਾਂ ਜਿੱਥੇ ਆਪਾਂ UPI ਪੇਮੈਂਟਸ ਕਿਹਾ ਜਾਂਦਾ ਹੈ। ਹਰ ਪਰਸਨ ਜਿੰਨੇ ਵੀ ਸਬਸਕ੍ਰਾਈਬਰਸ ਹੈ ਜਾਂ ਆਡੀਅੰਸ ਇਸ ਟਾਈਮ ਦੇਖ ਰਹੀ ਹੈ, ਆਈ ਗੈਸ ਹਰ ਇੱਕ ਕਿਸੇ ਕੋਲ ਕੋਈ Google Pay ਜਾਂ Paytm ਜਾਂ UPI, PhonePe ਇੱਦਾਂ ਦਾ ਕੁਛ ਨਾ ਕੁਛ ਪਲੇਟਫਾਰਮ ਜ਼ਰੂਰ ਹੋਏਗਾ ਜਿਹੜਾ ਡੇਲੀ ਲਾਈਫ 'ਚ ਯੂਜ਼ ਕਰ ਰਿਹਾ ਹੈ। ਬਹੁਤ ਹੀ ਚੰਗੀ ਗੱਲ ਹੈ ਜਿਹਦੇ ਵਿੱਚ ਅਸੀਂ ਕੈਸ਼ ਟ੍ਰਾਂਜੈਕਸ਼ਨ ਨੂੰ ਹਟਾ ਕੇ ਅਸੀਂ ਡਿਜੀਟਲੀ ਪੇਮੈਂਟਸ ਕਰ ਰਹੇ ਹਾਂ, ਜਿਹਦੇ ਵਿੱਚ ਕਿ ਈਜ਼ ਆਫ ਯੂਜ਼ ਹੈ ਕਿ ਇਹ ਵੀ ਨਹੀਂ ਹਰ ਟਾਈਮ ਤੁਹਾਡੇ ਕੋਲ ਕੈਸ਼ ਹੋਣਾ ਜ਼ਰੂਰੀ ਹੈ ਜਾਂ ਤੁਸੀਂ ਕਿੰਨੀ ਵੀ ਅਮਾਊਂਟ ਕਿਤੇ ਟ੍ਰਾਂਸਫਰ ਕਰ ਸਕਦੇ ਹੋ ਐਂਡ ਮਤਲਬ ਕੈਸ਼ਲੈਸ ਇਕੋਨਮੀ ਵੱਲ ਅਸੀਂ ਜਾ ਰਹੇ ਹਾਂ, ਜਿਹੜੀ ਕਿ ਬਹੁਤ ਹੀ ਅੱਛੀ ਗੱਲ ਹੈ ਐਂਡ ਇਹ ਕੰਸੀਡਰ ਹੁੰਦੀ ਹੈ ਡਿਵੈਲਪਡ ਨੇਸ਼ਨ ਵਿੱਚ। ਐਂਡ ਇਹ ਬਹੁਤ ਅੱਛੀ ਗੱਲ ਹੈ ਕਿ ਸਾਨੂੰ ਸ਼ਿਫਟ ਹੋਣਾ ਚਾਹੀਦਾ ਇਹਨਾਂ ਸਾਰਿਆਂ ਵੱਲ। ਔਰ ਜੋ ਫਰਾਡਸ ਹੁੰਦੇ ਨੇ, ਇਹ ਕੈਸ਼ਲੈਸ ਜੋ ਅੱਜ ਕੱਲ ਚੱਲ ਰਿਹਾ ਹੈ, ਇਹਦੇ ਨਾਲ ਫਰਾਡਸ ਵੀ ਬਹੁਤ ਹੁੰਦੇ ਨੇ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਆਬਵੀਅਸਲੀ ਕਿ ਕੁਝ ਫਾਇਦੇ ਨੇ ਤੇ ਕੁਝ ਨੁਕਸਾਨ ਵੀ ਨੇ। ਜਿਵੇਂ ਕਿ ਅਸੀਂ ਪੇਮੈਂਟਸ ਕਰ ਰਹੇ ਹਾਂ ਕਿ ਰਾਤੀ ਕਿਤੇ ਟਰੈਵਲ ਕਰ ਰਹੇ ਹਾਂ ਜਾਂ ਡੇ ਟਾਈਮ ਕਿਤੇ ਟਰੈਵਲ ਕਰ ਰਹੇ ਹਾਂ ਜਾਂ ਕਿਸੇ ਵੈਂਡਰ ਨੂੰ ਪੇ ਕਰਨਾ ਜਾਂ ਸਬਜ਼ੀ ਵਾਲੇ ਨੂੰ ਪੇ ਕਰਨਾ। ਦੇਖਿਆ ਸੀ ਜਦੋਂ ਡੀਮੋਨੀਟਾਈਜੇਸ਼ਨ ਹੋਈ ਸੀ, ਨੋਟਬੰਦੀ ਹੋਈ ਸੀ, ਉਸ ਟਾਈਮ ਅਸੀਂ ATM ਦੇ ਬਾਹਰ ਕਿਊ ਲਾ ਕੇ ਲਾਈਨਾਂ ਲਾ ਕੇ ਖੜੇ ਸੀ, ਰਾਤੀ 12 ਵਜੇ ਤੱਕ ਵੇਟ ਕਰਦੇ ਸੀ ਕਦੋਂ ਕੈਸ਼ ਵੈਨ ਆਵੇ, ਡਿਪੋਜ਼ਿਟ ਕਰਾਏ ਐਂਡ ਅਸੀਂ ਪੈਸੇ ਸਾਰੇ ਵਿਡਰਾਲ ਕਰੀਏ। ਹੁਣ ਉਸ ਤੋਂ ਬਾਅਦ ਬਹੁਤ ਹੀ ਅੱਛੀ ਚੀਜ਼ ਤੇ ਆਪਾਂ ਸ਼ਿਫਟ ਹੋਏ। ਤੁਸੀਂ ਹੁਣ ਦੇਖਿਆ ਹੋਏਗਾ ਕਿ ਜੇ ਆਪਾਂ ਕਿਤੇ ਸ਼ਾਪ ਤੇ ਜਾਂਦੇ ਆ ਜਾਂ ਕਿਸੇ ਰਿਕਸ਼ਾ ਪੁੱਲਰ ਕੋ ਜਾਂਦੇ ਆ ਜਾਂ ਕਿਤੇ ਆਟੋ ਵਾਲੇ ਕੋ ਜਾਂ ਕਿਤੇ ਰੈਸਟੋਰੈਂਟ ਤੇ ਬੈਠਦੇ ਆ, ਉਹਨਾਂ ਨੇ ਹਰ ਕਿਸੇ ਨੇ ਇੱਕ UPI ਬਾਰਕੋਡ ਜਾਂ QR ਕੋਡ ਆਪਣੇ ਸਕੈਨਰ ਲਈ ਰੱਖਿਆ ਕਿ ਤੁਸੀਂ ਉਹਦੇ ਥਰੂ ਪੇਮੈਂਟ ਕਰ ਸਕਦੇ ਹੋ। ਸੋ ਇਹਦੇ ਵਿੱਚ ਅੱਛੀ ਗੱਲ ਹੈ ਕਿ ਅਸੀਂ ਈਜ਼ੀਲੀ ਪੇਮੈਂਟ ਕਰ ਲਈਦੀ ਹੈ। ਬਟ ਇਹਦੇ ਜੇ ਮੈਂ ਥੋੜੇ ਜਿਹੇ ਕੌਨਸ ਦੀ ਗੱਲ ਕਰਾਂ ਜਾਂ ਇਹਦੇ ਨੈਗੇਟਿਵਸ ਦੀ ਗੱਲ ਕਰਾਂ, ਇਹਦੇ ਵਿੱਚ ਪ੍ਰੋਬਲਮ ਕੀ ਆ ਰਹੀ ਹੈ ਕਿਉਂਕਿ ਸ਼ਿਫਟ ਤਾਂ ਸਾਰਿਆਂ ਨੇ ਕਰ ਲਿਆ, ਪੇ ਵੀ ਕਰ ਰਹੇ ਆ ਲੋਕੀ, ਰਿਸੀਵ ਵੀ ਕਰ ਰਹੇ ਆ। ਪ੍ਰੋਬਲਮ ਆ ਰਹੀ ਹੈ ਇਹਦੇ ਵਿੱਚ ਅਵੇਅਰਨੈਸ ਦੀ। ਲੋਕਾਂ ਨੂੰ ਇਹ ਮੁਸ਼ਕਿਲ ਇਹ ਆ ਰਹੀ ਹੈ ਕਿ ਪੈਸੇ ਬਿਨਾ ਪੇ ਕੀਤੇ ਵੀ ਲੋਕਾਂ ਨੂੰ ਸਕਰੀਨ ਦਿਖਾ ਕੇ ਕਿਹਾ ਜਾ ਰਿਹਾ ਕਿ ਅਸੀਂ ਆਲਰੇਡੀ ਅਮਾਉਂਟ ਪੇ ਕਰ ਦਿੱਤੀ ਹੈ। ਜੇ ਮੈਂ ਜਲੰਧਰ ਦੀ ਗੱਲ ਕਰਾਂ, ਆਲਰੇਡੀ ਕਾਫੀ ਸਾਰੇ ਸ਼ਾਪ ਵੈਂਡਰਸ ਨਾਲ ਇੱਦਾਂ ਹੁੰਦਾ ਹੈ ਕਿ ਕਸਟਮਰ ਆਉਂਦਾ ਹੈ, ਸਮਾਨ ਖਰੀਦਦਾ ਹੈ,
ਉਸ ਤੋਂ ਬਾਅਦ ਪੇਮੈਂਟ ਲਈ ਉਹ ਕਹਿੰਦਾ ਕਿ ਅਸੀਂ UPI ਜਾਂ Google Pay ਜਾਂ PhonePe ਕਰ ਦਈਏ ਐਂਡ ਹਰ ਸ਼ਾਪਕੀਪਰ ਕਹਿੰਦਾ ਕਿ ਜੀ ਜ਼ਰੂਰ। ਉਸ ਤੋਂ ਬਾਅਦ ਕੁਝ ਇਦਾਂ ਦੇ ਕੇਸਿਸ ਦੇਖਣ ਨੂੰ ਮਿਲੇ ਹੈ ਜਲੰਧਰ ਦੇ ਵਿੱਚ ਹੀ, ਐਂਡ ਇਹ ਸਿਰਫ ਜਲੰਧਰ ਦੀ ਗੱਲ ਨਹੀਂ ਹੈ, ਚੰਡੀਗੜ੍ਹ ਦੀ ਗੱਲ ਹੈ, ਦਿੱਲੀ ਦੀ ਗੱਲ ਹੈ, ਬੈਂਗਲੌਰ ਦੀ, ਹੈਦਰਾਬਾਦ ਦੀ, ਚੇਨਈ ਦੀ, ਮਤਲਬ ਆਲ ਓਵਰ ਇੰਡੀਆ। ਉਹਦੇ ਵਿੱਚ ਕਸਟਮਰ ਇੱਕ ਫੇਕ ਸਕਰੀਨ ਦਿਖਾ ਕੇ ਕਹਿੰਦਾ ਕਿ ਸਰ ਚੈੱਕ ਕਰਿਓ ਪੇਮੈਂਟ ਹੋ ਗਈ। ਮੈਂ ਲਾਈਵ ਡੈਮੋ ਤੁਹਾਨੂੰ ਦਿਖਾਊਂਗਾ ਕਿ ਕਿੱਦਾਂ ਦੀ ਉਹ ਫੇਕ ਸਕਰੀਨ ਦਿਖਦੀ ਹੈ ਐਂਡ ਕਿੱਦਾਂ ਉਹਦੇ ਵਿੱਚ ਚਾਨਣਾ ਹੈ। ਸੋ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਰ ਦੇਖਿਓ, ਐਂਡ ਸ਼ਾਪਕੀਪਰ ਕੀ ਕਰਦਾ ਹੈ, ਉਹ ਸਕਰੀਨ ਦੇਖ ਕੇ, ਸਕਰੀਨ ਤੇ ਇੱਕ ਟਿਕ ਮਾਰਕ ਆਇਆ ਹੁੰਦਾ ਹੈ, ਉਹ ਸਕਰੀਨ ਦੇਖ ਕੇ ਕਹਿ ਦਿੰਦਾ ਹੈ ਕਿ ਹਾਂਜੀ ਆ ਗਈ ਜੀ ਪੇਮੈਂਟ। ਸੋ ਇੱਥੇ ਬਹੁਤ ਵੱਡਾ ਲੂਪ ਹੋਲ ਹੈ ਕਿ ਜੇ ਕੋਈ ਸ਼ਾਪਕੀਪਰ ਬਿਨਾ ਆਪਣਾ ਅਕਾਊਂਟ ਚੈੱਕ ਕੀਤੇ, ਬਿਨਾ ਆਪਣਾ ਫੋਨ ਚੈੱਕ ਕੀਤੇ ਜਾਂ ਬਿਨਾ ਆਪਣਾ ਵਾਲਟ ਚੈੱਕ ਕੀਤੇ ਕਿ ਪੇਮੈਂਟ ਆਈ ਹੈ ਜਾਂ ਨਹੀਂ ਆਈ ਹੈ, ਅਗਰ ਉਹ ਕਸਟਮਰ ਨੂੰ ਕਹਿ ਰਿਹਾ ਕਿ ਹਾਂਜੀ ਹੋ ਗਈ ਹੈ, ਤਾਂ ਇਹ ਸਭ ਤੋਂ ਵੱਡੀ ਗਲਤੀ ਇੱਕ ਸ਼ਾਪਕੀਪਰ ਦੀ ਹੈ ਜਿਹਨੇ ਵੈਰੀਫਾਈ ਨਹੀਂ ਕੀਤਾ ਐਂਡ ਉਸ ਤੋਂ ਬਿਨਾ ਹੀ ਉਹ ਕਸਟਮਰ ਨੂੰ ਜਾਣ ਦਿੱਤਾ। ਸੋ ਇੱਥੇ ਅਲਰਟ ਐਂਡ ਅਵੇਅਰ ਹੋਣ ਦੀ ਜ਼ਰੂਰਤ ਹੈ। ਅਗਰ ਕੋਈ ਵੀ ਪਰਸਨ ਤੁਹਾਨੂੰ ਸਕਰੀਨ ਦਿਖਾ ਰਿਹਾ ਹੈ, ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ। ਇਨਸਟੈਡ ਆਪਣਾ ਅਕਾਊਂਟ, ਆਪਣਾ ਵਾਲਟ ਚੈੱਕ ਕਰਨਾ ਚਾਹੀਦਾ ਹੈ ਕਿ ਵਾਕਈ ਉਹ ਪੈਸੇ ਤੁਹਾਡੇ ਅਕਾਊਂਟ ਵਿੱਚ ਆਏ ਹੈ ਜਾਂ ਉਹ ਸਕਰੀਨਸ਼ਾਟ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਉਹ ਫੇਕ ਹੈ। ਓਕੇ ਸਰ, ਜਿੱਦਾਂ ਇਹਦੇ ਨਾਲ ਤਾਂ ਬਹੁਤ ਸਾਰੇ ਨੁਕਸਾਨ ਹੋਏ ਹੋਣਗੇ। ਜਿਹੜੇ ਛੋਟੇ ਵੈਂਡਰਸ ਨੇ ਜਾਂ ਰਿਕਸ਼ਾ ਵਾਲੇ ਨੇ, ਅੱਜ ਕੱਲ ਸਾਰਿਆਂ ਦੇ ਕੋਲ QR ਕੋਡ ਹੈਗਾ ਹੈ, ਔਰ ਇਸ ਫਰਾਡ ਤੋਂ ਬਚਿਆ ਕਿੱਦਾਂ ਜਾ ਸਕਦਾ ਹੈ? ਦੇਖੋ, ਮੈਂ ਦੋ ਤਰੀਕੇ ਨੂੰ ਇਹਨੂੰ ਕਵਰ ਅਪ ਕਰਾਂਗਾ। ਸਭ ਤੋਂ ਪਹਿਲਾਂ ਹੈ ਕਿ ਜਿੰਨੇ ਵੀ ਸ਼ਾਪਕੀਪਰਸ ਹੈ, ਅੱਜ ਕੱਲ ਬਹੁਤ ਸਾਰੀ ਕੰਪਨੀਆਂ ਨੇ ਸਪੀਕਰਸ ਲਗਾ ਦਿੱਤੇ ਆ ਕਿ ਜੇ ਤੁਹਾਡੇ ਕੋਲ ਪੇਮੈਂਟ ਆ ਰਹੀ ਹੈ ਉਹ ਸਪੀਕਰ ਵਿੱਚ ਅਨਾਉਂਸ ਕੀਤਾ ਜਾਏਗਾ। ਜੇ ਸਪੀਕਰ ਤੁਹਾਡੇ ਕੋਲ ਨਹੀਂ ਵੀ ਹੈਗਾ, ਤੁਸੀਂ ਆਪਣਾ ਫੋਨ ਜ਼ਰੂਰ ਚੈੱਕ ਕੀਤਾ ਜਾਵੇ। ਜਿੰਨੇ ਵੀ ਕਸਟਮਰਸ ਤੁਹਾਨੂੰ ਆ ਕੇ ਪੇ ਕਰ ਰਹੇ ਹੈ, ਉਹਨੂੰ ਪ੍ਰੋਡਕਟ ਦੇਣ ਤੋਂ ਪਹਿਲਾਂ ਆਪਣਾ ਵਾਲਟ ਚੈੱਕ ਕਰਨਾ ਚਾਹੀਦਾ ਹੈ। ਇਹ ਵੀ ਨਹੀਂ ਕਿ ਸਿੰਪਲੀ SMS ਆ ਗਿਆ ਸੀ ਦੇਖ ਲਿਆ ਜਾਂ ਅਲਰਟ ਆ ਗਿਆ ਦੇਖ ਲਿਆ, ਬਿਲਕੁਲ ਵੀ ਨਹੀਂ। ਤੁਸੀਂ ਆਪਣਾ ਵਾਲਟ ਚੈੱਕ ਕਰੋ ਕਿ ਉਹ ਵਾਕਈ ਤੁਹਾਡੇ ਅਕਾਊਂਟ ਵਿੱਚ ਪੈਸੇ ਕ੍ਰੈਡਿਟ ਕੀਤੇ ਹੈ ਜਾਂ ਨਹੀਂ ਕੀਤੇ ਹੈ। ਸੈਕੰਡਲੀ, ਅਗਰ ਕੋਈ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਬੈਂਕ ਦੀ ਪ੍ਰੋਬਲਮ ਹੈ ਜਾਂ ਤੁਹਾਡੀ ਮੈਸੇਜ ਲੇਟ ਆਉਂਦਾ ਹੈ ਜਾਂ ਕਈ ਵਾਰੀ ਕੁਝ ਇਹ ਕਿਹਾ ਜਾਂਦਾ ਹੈ ਕਿ ਸ਼ਾਇਦ ਕੰਪਨੀ ਵੱਲੋਂ ਕੁਝ ਲੇਟ ਆ ਰਿਹਾ ਕਿ ਸਾਡੇ ਪੈਸੇ ਕੱਟੇ ਗਏ ਹੈ, ਪਲੀਜ਼ ਇਦਾਂ ਦੇ ਕੇਸਿਸ ਨੂੰ ਸੀਰੀਅਸਲੀ ਲਿਆ ਜਾਵੇ। ਇਦਾਂ ਨਹੀਂ ਹੁੰਦਾ ਕਿ ਇੱਕ ਪਾਸੋਂ ਪੈਸੇ ਕੱਟੇ ਗਏ, ਦੂਜੇ ਪਾਸੇ ਕ੍ਰੈਡਿਟ, ਜਾਂ ਉਹਦੀ ਤੁਸੀਂ ਵੇਟ ਕਰਕੇ ਕੁਝ 10 ਮਿੰਟ ਜਾਂ 5 ਮਿੰਟ ਦੇਖ ਸਕਦੇ ਹੋ, ਜਾਂ ਤਾਂ ਉਹ ਫੇਲਡ ਹੋ ਜਾਏਗੀ ਜਾਂ ਸਕਸੈਸ ਹੋ ਜਾਏਗੀ। ਸੋ ਕੁਝ 5 ਮਿੰਟ ਦਾ ਟਾਈਮ ਤੁਸੀਂ ਆਪਣਾ ਬਚਾ ਕੇ ਆਪਣੇ ਕਾਫੀ ਸਾਰੇ ਪੈਸੇ ਨਾਲ ਬਚਾ ਸਕਦੇ ਹੋ। ਇਹ ਤਾਂ ਠੀਕ ਹੈ ਸਰ, ਬਟ ਕਿਸੇ ਵੇਲੇ ਨਾ ਪ੍ਰੋਸੈਸਿੰਗ ਹੀ ਰਹਿ ਜਾਂਦੀ ਹੈ ਜੀ। ਤਾਂ ਉਸ ਚੀਜ਼ ਨੂੰ ਅਸੀਂ ਕਿੱਦਾਂ ਸੋਲਵ ਆਊਟ ਕਰ ਸਕਦੇ ਹਾਂ ਕਿ ਕਿਉਂਕਿ ਕਿਸੇ ਵੇਲੇ ਸਾਡੇ ਕੋਲ ਕੈਸ਼ ਨਹੀਂ ਹੁੰਦਾ ਔਰ ਅਸੀਂ ਪੇਮੈਂਟ ਕਰ ਦਿੱਤੀ ਹੈ ਔਰ ਬਟ ਉਹ ਪ੍ਰੋਸੈਸਿੰਗ ਦੇ ਵਿੱਚ ਰਹਿ ਗਈ ਹੈ, ਨਾ ਉਹ ਫੇਲ ਹੋਈ ਹੈ, ਨਾ ਉਸ ਬੰਦੇ ਨੂੰ ਪਹੁੰਚੀ ਹੈ, ਉਸ ਚੀਜ਼ ਨੂੰ ਕਿੱਦਾਂ ਅਸੀਂ ਲੈ ਸਕਦੇ? ਦੇਖੋ, ਇਹਦੇ ਵਿੱਚ ਬੜਾ ਹੀ ਅੱਛਾ ਕਨਸੈਪਟ ਹੈ। ਇੱਕ ਫਿਜ਼ੀਕਲ ਪੇਮੈਂਟ ਕਹੀਦੀ ਸੀ ਜਦੋਂ ਆਪਾਂ ਪੈਸੇ ਕੈਸ਼ ਦੇਈਦੇ ਸੀਗੇ। ਕਈ ਵਾਰੀ ਇਦਾਂ ਹੁੰਦਾ ਸੀ ਕਿ ਅਸੀਂ 2 ਨੋਟ ਇਕੱਠੇ ਜੁੜੇ ਹੁੰਦੇ, ਆਪਾਂ ਕਿਸੇ ਸ਼ਾਪਕੀਪਰ ਨੂੰ ਫੜਾਤੇ ਐਂਡ ਗਲਤੀ ਦੇ ਨਾਲ ਚਲੇ ਗਏ। ਮਤਲਬ ਫੜਾਣਾ ਮੈਂ 1 ਨੋਟ ਸੀਗਾ ਐਂਡ ਗਲਤੀ ਦੇ ਨਾਲ 2 ਚਲੇ ਗਏ। ਉਸ ਤੋਂ ਬਾਅਦ ਮੈਨੂੰ ਘਰ ਜਾ ਕੇ ਪਤਾ ਚੱਲਦਾ ਸੀ ਯਾਰ ਜਾਂ ਤਾਂ ਮੈਂ ਕਿਸੇ ਪੈਸੇ ਗਿਰ ਗਏ ਜਾਂ ਕਿਸੇ ਸ਼ਾਪਕੀਪਰ ਨੂੰ ਮੈਂ ਫੜਾਤੇ। ਪਰ ਜੇ ਤੁਸੀਂ ਦੁਬਾਰਾ ਸ਼ਾਪਕੀਪਰ ਤੋਂ ਜਾਓਗੇ ਜਾਂ ਦੁਬਾਰਾ ਕਿਸੇ ਵੈਂਡਰ ਤੋਂ ਜਾਓਗੇ, ਹੋ ਸਕਦਾ ਉਹ ਇਹ ਮੰਨਣ ਨੂੰ ਰੈਡੀ ਨਾ ਹੋਵੇ ਕਿ ਤੁਹਾਡੇ 2 ਨੋਟ ਮੇਰੇ ਕੋਲ ਆਏ ਸੀ, ਤੁਸੀਂ 1 ਪੇ ਕਰਨਾ ਸੀ। ਪਰ ਇਹ ਜਿਹੜੀਆਂ ਡਿਜੀਟਲ ਟ੍ਰਾਂਜੈਕਸ਼ਨਸ ਹੈ ਨਾ, ਇਹਦੇ ਵਿੱਚ ਜੇ ਤੁਹਾਡੀ 2 ਵਾਰੀ ਪੇਮੈਂਟ ਕੱਟੀ ਗਈ, ਤੁਹਾਡੇ ਅਕਾਊਂਟ ਟ੍ਰਾਂਜੈਕਸ਼ਨ ਵਿੱਚ ਉਹ 2 ਵਾਰੀ ਰਿਫਲੈਕਟ ਕਰੇਗਾ ਐਂਡ ਤੁਹਾਨੂੰ ਸ਼ੋ ਹੋਏਗਾ, ਤੁਹਾਡੇ ਬੈਂਕਿੰਗ ਸਟੇਟਮੈਂਟ ਵਿੱਚ ਵੀ ਸ਼ੋ ਹੋਏਗਾ, ਤੁਹਾਡੇ UPI ID ਵਾਲਟ ਵਿੱਚ ਵੀ ਸ਼ੋ ਹੋਏਗਾ ਕਿ ਉਹ ਪੇਮੈਂਟ 2 ਵਾਰੀ ਹੋਈ ਹੈ। ਪਰ ਜੇ ਮੈਂ ਪ੍ਰੋਸੈਸਿੰਗ ਦੀ ਗੱਲ ਕਰਾਂ, ਕਈ ਵਾਰੀ ਕੀ ਹੁੰਦਾ, ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੁੰਦਾ ਤੇ ਉਹ ਇਦਾਂ ਦੇ ਕੇਸਿਸ ਵਿੱਚ ਉਹ ਮੈਕਸਿਮਮ 5 ਮਿੰਟ ਦਾ ਟਾਈਮ ਲੈਂਦੀ ਹੈ। 5 ਤੋਂ 7 ਮਿੰਟ ਦੇ ਅੰਦਰ ਜਾਂ ਤਾਂ ਉਹ ਫੇਲਡ ਹੋ ਜਾਏਗੀ, ਤੁਹਾਨੂੰ ਅਲਰਟ ਫੇਲਡ ਦਾ ਆ ਜਾਏਗਾ, ਜਾਂ ਸਕਸੈਸ ਦਾ ਆ ਜਾਏਗਾ। ਸੋ ਜਾਂ ਤਾਂ ਅਸੀਂ 5 ਤੋਂ 7 ਮਿੰਟ ਵੇਟ ਕਰ ਸਕਦੇ ਹਾਂ, ਬਟ ਫਿਰ ਵੀ ਜੇ ਤੁਹਾਨੂੰ ਕਿਤੇ ਜਲਦੀ ਹੈ ਜਾਂ ਤੁਸੀਂ ਰਸ਼ ਵਿੱਚ ਹੋ, ਤੁਸੀਂ ਸੈਕਿੰਡ ਪੇਮੈਂਟ ਵੀ ਕਰਿਓ, ਤੁਹਾਡੇ ਅਕਾਊਂਟ 'ਚ ਰਿਫਲੈਕਟ ਜ਼ਰੂਰ ਹੋਏਗਾ। ਤੁਸੀਂ ਦੁਬਾਰਾ ਆ ਕੇ ਉਸ ਸ਼ਾਪਕੀਪਰ ਨੂੰ ਜਾਂ ਵੈਂਡਰ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਆਹ ਪੇਮੈਂਟ 2 ਵਾਰੀ ਆ ਗਈ ਹੈ ਐਂਡ ਉਹ ਵੀ ਕ੍ਰਾਸ ਚੈੱਕ ਕਰ ਸਕਦਾ ਹੈ, ਤਾਂ ਮਿਊਚੁਅਲ ਅੰਡਰਸਟੈਂਡਿੰਗ ਤੇ ਅਸੀਂ ਉਹ ਤੋਂ ਰਿਫੰਡ ਵਾਪਸ ਲੈ ਸਕਦੇ ਹਾਂ। ਠੀਕ ਹੈ ਸਰ, ਔਰ ਇਹ ਤਾਂ ਇੱਕ ਇਹ ਵਾਲਾ ਫਰਾਡ ਹੋ ਗਿਆ। ਇਸ ਤੋਂ ਇਲਾਵਾ ਕੋਈ ਫਰਾਡ ਹੁੰਦਾ ਹੈ ਜਿਸ ਤੋਂ ਸਾਨੂੰ ਬਚਣਾ ਚਾਹੀਦਾ ਹੈ, ਸਾਡੇ ਲੋਕਾਂ ਨੂੰ ਅਵੇਅਰਨੈਸ ਚਾਹੀਦੀ ਹੈ? ਦੇਖੋ, ਸਭ ਤੋਂ ਪਹਿਲਾਂ ਹੈਗਾ ਕਿ ਇੱਕ ਜਿਹੜੇ ਆਪਾਂ ਇੰਡੀਅਨਸ ਆ, ਇੱਕ ਆਪਾਂ ਇਮੋਸ਼ਨਲੀ ਬੜੇ ਕਨੈਕਟਡ ਹੁੰਦੇ ਆ। ਸੋ ਮੈਕਸਿਮਮ ਜਿਹੜੇ ਫਰਾਡ ਦੇਖਣ ਨੂੰ ਮਿਲਦੇ ਆ ਉਹ ਦਿਖਦੇ ਆ ਆਪਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ। ਉਹਦੇ ਵਿੱਚ ਕੀ ਹੁੰਦਾ ਕਿ ਸਾਨੂੰ ਬੜਾ ਹੀ ਭਾਵੁਕ ਕੀਤਾ ਜਾਂਦਾ ਹੈ। ਇਹਨੂੰ ਕਿਹਾ ਜਾਂਦਾ ਇੱਕ ਸੋਸ਼ਲ ਇੰਜੀਨੀਅਰਿੰਗ ਅਟੈਕ,
ਕਿ ਤੁਹਾਨੂੰ ਲੋਕਾਂ ਨੂੰ ਜਾਂ ਸਾਨੂੰ ਲਾਈਕ ਫਰਾਡਸਟਰ ਕੀ ਕਰਦਾ ਹੈ, ਸਾਡੇ ਦਿਮਾਗ ਨਾਲ ਖੇਲਦਾ ਹੈ, ਸਾਡਾ ਮਾਈਂਡ ਵਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੇ ਵਿਊਅਰਸ ਨੇ, ਲਾਈਕ ਮੈਂ ਰਿਕੁਐਸਟ ਕਰਾਂਗਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਨੀਚੇ ਕਿ ਜੇ ਕਿਸੇ ਨਾਲ ਵੀ ਇਦਾਂ ਦੀ ਕੋਈ ਐਕਟੀਵਿਟੀ ਹੋਈ ਹੈ ਕਿ ਬਹੁਤ ਵਾਰੀ ਇਦਾਂ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੇ ਮੈਸੇजेस ਆਉਂਦੇ ਆ ਜਾਂ ਇਦਾਂ ਦੀਆਂ ਪੋਸਟ ਆਉਂਦੀਆਂ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਮੈਂ ਇੱਕ ਆਰਮੀ ਵਾਲਾ ਹਾਂ ਐਂਡ ਮੈਂ ਇਹ ਕੋਈ ਸਕੂਟਰ ਜਾਂ ਬਾਈਕ ਜਾਂ ਕੋਈ ਐਕਟਿਵਾ ਜਾਂ ਕੋਈ ਕਾਰ ਸੈਲ ਕਰਨਾ ਚਾਹੁੰਦਾ ਆ ਐਂਡ ਲਿਖਿਆ ਹੁੰਦਾ ਕਿ ਮੇਰੀ ਇੱਥੋਂ ਦੀ ਟ੍ਰਾਂਸਫਰ ਹੋ ਕੇ ਕਿਸੇ ਦੂਸਰੇ ਸ਼ਹਿਰ ਹੋ ਚੁੱਕੀ ਹੈ ਐਂਡ ਜੋ ਦਾ ਪ੍ਰਾਈਸ ਦਿੱਤਾ ਹੁੰਦਾ, ਜੇ ਮੈਂ ਇੱਕ ਐਕਟਿਵਾ ਦੀ ਗੱਲ ਕਰਾਂ ਮਾਰਕੀਟ ਪ੍ਰਾਈਸ ਅਗਰ ਉਸਦਾ 30 to 40,000 ਹੈ ਤਾਂ ਜਿਹੜਾ ਪਬਲਿਕਲੀ ਪੋਸਟ ਜਾਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਕੀਤਾ ਉਹਦਾ 5,000 ਪ੍ਰਾਈਸ ਪੋਸਟ ਕੀਤਾ ਜਾਂਦਾ ਹੈ। ਐਂਡ ਇੱਕ ਹਿਊਮਨ ਹੋਣ ਦੇ ਨਾਤੇ ਲਾਈਕ ਅਸੀਂ ਕੀ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਓਬਵੀਅਸਲੀ ਸਾਨੂੰ ਕਿਤੇ ਚੀਪ ਡੀਲ ਮਿਲ ਰਹੀ ਹੈ ਜਾਂ ਸਸਤੇ 'ਚ ਕੋਈ ਵਧੀਆ ਚੀਜ਼ ਮਿਲ ਰਹੀ ਹੈ, ਓਬਵੀਅਸਲੀ ਅਸੀਂ ਉਹਨੂੰ ਲਵਾਂਗੇ। ਬਟ ਇੱਥੇ ਉਹ ਕੀ ਕਰਦੇ ਆ, ਸਾਡੇ ਮਾਈਂਡ ਨਾਲ ਖੇਲਦੇ ਆ, ਉਹ ਪ੍ਰੀਟੈਂਡ ਕਰਦੇ ਆ ਕਿ ਅਸੀਂ ਇੱਕ ਆਰਮੀ ਵਾਲੇ ਹਾਂ, ਅਸੀਂ ਉਹ ਐਕਟਿਵਾ ਸੈਲ ਕਰ ਰਹੇ ਹਾਂ ਐਂਡ ਉਸ ਐਕਟਿਵਾ ਨੂੰ ਅਸੀਂ ਬਹੁਤ ਹੀ ਸਸਤੇ ਰੇਟ ਵਿੱਚ ਦੇ ਰਹੇ ਹਾਂ ਐਂਡ ਸਾਨੂੰ ਲੱਗ ਰਿਹਾ ਕਿ ਯਾਰ ਆਪਾਂ ਇਹ ਐਕਟਿਵਾ ਬਾਏ ਕਰ, ਕੋਈ ਵੀ ਪ੍ਰੋਡਕਟ ਹੈ ਸਾਨੂੰ ਬਾਏ ਕਰ ਲੈਣਾ ਚਾਹੀਦਾ। ਇਹ ਸਿਰਫ ਐਕਟਿਵਾ ਨਹੀਂ, ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਇੱਥੇ ਸ਼ੇਅਰ ਕਰ ਰਿਹਾ, ਇਹ ਕੋਈ ਕੈਮਰਾ ਹੋ ਸਕਦਾ ਹੈ, ਇਹ ਕੋਈ ਕਾਰ ਹੋ ਸਕਦੀ ਹੈ, ਇਹ ਕੋਈ ਫ੍ਰਿਜ, ਏਸੀ, ਟੀਵੀ, ਕੁਝ ਵੀ ਹੋ ਸਕਦਾ ਹੈ। ਸੋ ਇਹਦੇ ਵਿੱਚ ਬਹੁਤ ਹੀ ਅਵੇਅਰ ਹੋਣ ਦੀ ਲੋੜ ਹੈ ਕਿ ਆਨਲਾਈਨ ਦੇ ਵਿੱਚ ਅਗਰ ਤੁਸੀਂ ਕਿਸੇ ਤੇ ਪੈਸੇ ਟ੍ਰਾਂਸਫਰ ਕਰ ਰਹੇ ਹੋ, ਪਹਿਲਾਂ ਇਹ ਯਕੀਨ ਕਰਨਾ ਚਾਹੀਦਾ ਕਿ ਵਾਕਈ ਉਹ ਪਰਸਨ ਜੈਨੂਇਨ ਹੈ ਜਾਂ ਨਹੀਂ ਹੈ। ਐਂਡ ਕੁਝ ਕੇਸਿਸ ਇਦਾਂ ਦੇ ਦੇਖਣ ਨੂੰ ਮਿਲੇ ਹੈ ਜਿਹਦੇ ਵਿੱਚ ਉਹ ਫੇਕ ਆਰਮੀ ਪਰਸਨ ਬਣ ਕੇ ਲੋਕਾਂ ਤੋਂ ਪੈਸੇ ਲੈ ਰਿਹਾ ਹੈ ਪਰ ਬਾਅਦ ਵਿੱਚ ਕੋਈ ਪ੍ਰੋਡਕਟ ਨਹੀਂ ਆਏਗਾ। ਸੋ ਮੈਂ ਜਿੰਨੇ ਵੀ ਸਰੋਤੇ, ਜਿੰਨੇ ਵੀ ਵਿਊਅਰਸ ਦੇਖ ਰਹੇ ਆ ਇਸ ਟਾਈਮ ਤੇ, ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਬਿਨਾਂ ਯਕੀਨ ਦੇ ਉਹਦੇ ਐਂਡ ਸਮਟਾਈਮਸ ਇਹ ਵੀ ਮੈਂ ਐਡ ਆਨ ਕਰਨਾ ਚਾਹਾਂਗਾ, ਉਹ ਆਪਣੇ ਆਈਡੀ ਪ੍ਰੂਫਸ ਵੀ ਭੇਜ ਦਿੰਦੇ ਆ, ਆਪਣਾ ਕੋਈ ਕੈਂਟੀਨ ਕਾਰਡਸ ਹੈ ਜਾਂ ਪੈਨ ਕਾਰਡ ਹੈ ਜਾਂ ਆਧਾਰ ਕਾਰਡ ਹੈ ਜਾਂ ਕੋਈ ਆਈਡੈਂਟੀਫਿਕੇਸ਼ਨ ਕਾਰਡ ਹੈ। ਬਿਲਕੁਲ ਵੀ ਡਾਇਰੈਕਟਲੀ ਇਦਾਂ ਦੀ ਚੀਜ਼ਾਂ ਤੇ ਯਕੀਨ ਨਾ ਕੀਤਾ ਜਾਵੇ ਜਦੋਂ ਤੱਕ ਤੁਸੀਂ ਖੁਦ ਉਸ ਮੈਟੀਰੀਅਲ ਨੂੰ, ਸਮਾਨ ਨੂੰ ਤੁਸੀਂ ਖੁਦ ਆਪਣੇ ਲਾਈਕ ਐਕਸੈਪਟ ਨਹੀਂ ਕਰਦੇ ਜਾਂ ਤੁਹਾਡੇ ਕੋਲੋਂ ਪਹੁੰਚ ਨਹੀਂ ਜਾਂਦਾ, ਕੋਈ ਇਦਾਂ ਦੀ ਪੇਮੈਂਟ ਨਹੀਂ ਕਰਨੀ ਚਾਹੀਦੀ। ਥੈਂਕ ਯੂ ਸਰ। ਸੋ ਇਹ ਸੀ ਸਾਡੇ ਨਾਲ ਪਲਵਿੰਦਰ ਜਿਨ੍ਹਾਂ ਨੇ ਬਹੁਤ ਅੱਛੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਡਿਜੀਟਲ ਟ੍ਰਾਂਜੈਕਸ਼ਨਸ ਤੇ ਫਰਾਡਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਦਾਂ ਦੀਆਂ ਹੋਰ ਇਨਫੋਰਮੇਸ਼ਨਸ ਔਰ ਅਪਡੇਟਸ ਦੇ ਲਈ ਦੇਖਦੇ ਰਹੋ ਪੰਜਾਬੀ ਬੁਲੇਟਿਨ।